ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤਾਂ ਭਉ ਕਿਹਾ ਕਾੜਾ ਜਿਉ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਮੁੰਬਈ, ਤਿੰਨਾਂ ਵੱਲੋਂ ਬਹੁਤ ਸੋਹਣਾ, ਬਹੁਤ ਪਿਆਰਾ ਅਤੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਨੌਵੇਂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਹ ਮਹਾਨ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਸਾਧ ਸੰਗਤ, ਅੱਜ ਦਾਸ ਨੇ ਆਪ ਜੀ ਦੇ ਨਾਲ ਸਤਿਕਾਰਯੋਗ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ, ਇਹ ਸਾਰੀਆਂ ਵਿਚਾਰਾਂ ਦਾਸ ਨੇ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ। ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਬੜੇ ਪਿਆਰ ਨਾਲ ਸਰਵਣ ਕਰ ਰਹੇ ਹਾਂ। ਤੇ ਅੱਜ ਵੀ ਆਪਾਂ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਪ੍ਰਾਪਤ ਕਰਨੀਆਂ ਨੇ। ਆਓ ਸਾਧ ਸੰਗਤ, ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਇੱਕੋ ਵਾਰੀ ਕਹਿਣ ਤੇ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਪਿਛਲੇ ਹਫ਼ਤੇ ਦਾਸ ਨੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਸਨ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਗਰੇ ਦੀ ਧਰਤੀ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਹਨ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦਾ ਜੋ ਹੁਕਮ ਹੈ ਉਹ ਔਰੰਗਜ਼ੇਬ ਸਾਫੀ ਖਾਨ ਨੂੰ ਦਿੰਦਾ ਹੈ, ਕਿਉਂਕਿ ਔਰੰਗਜ਼ੇਬ ਜਦੋਂ ਆਪ ਹਸਨ ਅਫਦਾਲ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਦਿੱਲੀ ਦਾ ਸਾਰਾ ਪ੍ਰਬੰਧ ਜਿਹੜਾ ਹੈ, ਦਿੱਲੀ ਦਾ ਜਿਹੜਾ ਰਾਜ ਭਾਗ ਹੈ ਉਹ ਸਾਫੀ ਖਾਨ ਨੂੰ ਦੇ ਕੇ ਜਾਂਦਾ ਹੈ, ਸਾਫੀ ਖਾਨ ਨੂੰ ਸੌਂਪ ਕੇ ਜਾਂਦਾ ਹੈ। ਔਰੰਗਜ਼ੇਬ ਸਤਿਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦਾ ਜੋ ਹੁਕਮ ਹੈ ਉਹ ਸਾਫੀ ਖਾਨ ਨੂੰ ਦਿੰਦਾ ਹੈ ਤੇ ਸਾਫੀ ਖਾਨ ਜਿਹੜਾ ਹੈ ਉਹ ਆਪਣੇ ਸਿਪਾਹੀਆਂ ਨੂੰ ਤੇ ਸੈਨਿਕਾਂ ਨੂੰ ਅੱਗੇ ਹੁਕਮ ਲਾਉਂਦਾ ਹੈ ਕਿ ਗੁਰੂ ਸਾਹਿਬ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਵੇ।
ਤੇ ਸਾਧ ਸੰਗਤ ਆਗਰੇ ਦੀ ਧਰਤੀ ਤੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਂਦਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਇਹ ਤਿੰਨ ਗੁਰੂ ਦੇ ਸਿੱਖ ਜਿਹੜੇ ਨੇ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਗ੍ਰਿਫਤਾਰ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਗ੍ਰਿਫਤਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਤੇ ਗੁਰੂ ਦੇ ਸਿੱਖਾਂ ਨੂੰ ਦਿੱਲੀ ਲਿਆਂਦਾ ਜਾਂਦਾ ਹੈ ਤੇ ਕੋਤਵਾਲੀ, ਦਿੱਲੀ ਦੀ ਜਿਹੜੀ ਕੋਤਵਾਲੀ ਏ, ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੂੰ ਤੇ ਉਹਨਾਂ ਗੁਰੂ ਦੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਉਹਦੇ ਵਿੱਚ ਕੈਦ ਕੀਤਾ ਜਾਂਦਾ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, 3 ਨਵੰਬਰ 1675 ਨੂੰ ਸਤਿਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਕੋਤਵਾਲੀ ਦੇ ਵਿੱਚ ਕੈਦ ਕੀਤਾ ਜਾਂਦਾ ਹੈ, ਨਾਲ ਗੁਰੂ ਦੇ ਸਿੱਖ ਵੀ ਨੇ। ਤੇ ਸਾਧ ਸੰਗਤ ਅਗਲੇ ਦਿਨ 4 ਨਵੰਬਰ ਨੂੰ ਸਤਿਗੁਰੂ ਪਾਤਸ਼ਾਹ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸਾਫੀ ਖਾਨ ਦੇ ਸਾਹਮਣੇ ਲਿਆਂਦਾ ਜਾਂਦਾ ਹੈ। ਤੇ ਉਸ ਸਮੇਂ ਇੱਥੇ ਜਿਹੜਾ ਕਾਜੀ ਏ, ਜਿਹਦੇ ਕੋਲ ਸਾਰਾ ਧਾਰਮਿਕ ਪ੍ਰਬੰਧ ਹੈ, ਜਿਹੜਾ ਫਤਵੇ ਜਾਰੀ ਕਰਦਾ ਏ, ਸ਼ਰ੍ਹਾ ਮੁਤਾਬਕ ਕਾਨੂੰਨ ਜਾਰੀ ਕਰਦਾ ਏ, ਉਸ ਕਾਜੀ ਦਾ ਨਾਮ ਹੈ ਕਾਜੀ ਅਬਦੁਲ ਵਾਹਬ। ਹੁਣ ਜਦੋਂ ਗੁਰੂ ਸਾਹਿਬ ਨੂੰ ਤੇ ਗੁਰਸਿੱਖਾਂ ਨੂੰ ਸਾਫੀ ਖਾਨ ਕਾਜੀ ਅਬਦੁਲ ਵਾਹਬ ਦੇ ਸਾਹਮਣੇ ਲਿਆਂਦਾ ਜਾਂਦਾ ਏ ਤੇ ਕਾਜੀ ਅਬਦੁਲ ਵਾਹਬ ਤੇ ਸਾਫੀ ਖਾਨ ਗੁਰੂ ਸਾਹਿਬ ਨੂੰ ਕਹਿੰਦੇ ਨੇ ਵੀ ਲੋਕ ਤੁਹਾਨੂੰ ਗੁਰੂ ਮੰਨਦੇ ਨੇ, ਲੋਕ ਤੁਹਾਨੂੰ ਪੀਰ ਮੰਨਦੇ ਨੇ, ਅਸੀਂ ਤੁਹਾਨੂੰ ਗੁਰੂ ਤੇ ਪੀਰ ਤਾਂ ਮੰਨਾਂਗੇ ਜੇ ਤੁਸੀਂ ਕੋਈ ਕਰਾਮਾਤ ਦਿਖਾਵੋਗੇ। ਤੇ ਗੁਰੂ ਸਾਹਿਬ ਨੇ ਸਾਫੀ ਖਾਨ ਨੂੰ, ਕਾਜੀ ਅਬਦੁਲ ਵਾਹਬ ਨੂੰ ਇਹ ਗੱਲ ਕਹੀ ਕਿ ਸਾਡਾ ਮਤ ਜਿਹੜਾ ਹੈ, ਸਾਡਾ ਧਰਮ ਜਿਹੜਾ ਹੈ, ਉਹ ਕਰਾਮਾਤ ਦੇ ਵਿੱਚ ਯਕੀਨ ਨਹੀਂ ਰੱਖਦਾ। ਸਾਡੇ ਮਤ ਦੇ ਅਨੁਸਾਰ, ਸਾਡੇ ਧਰਮ ਦੇ ਅਨੁਸਾਰ ਕਰਾਮਾਤ ਦਿਖਾਉਣੀ ਭਾਵ ਹਉਮੈ ਦਾ, ਹੰਕਾਰ ਦਾ ਪ੍ਰਗਟਾਵਾ ਕਰਨਾ ਹੈ। ਕਰਾਮਾਤ ਦਿਖਾਉਣੀ ਹਉਮੈ ਤੇ ਹੰਕਾਰ ਦਾ ਪ੍ਰਗਟਾਵਾ ਕਰਨਾ ਹੈ। ਹੁਣ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਉਹਨਾਂ ਨੇ 3 ਸ਼ਰਤਾਂ ਰੱਖੀਆਂ। ਪਹਿਲੀ ਸ਼ਰਤ ਉਹਨਾਂ ਨੇ ਰੱਖੀ ਵੀ ਜਾਂ ਤੇ ਤੁਸੀਂ ਇਸਲਾਮ ਨੂੰ ਧਾਰਨ ਕਰ ਲਓ, ਮੁਸਲਮਾਨ ਬਣ ਜਾਓ, ਕਿਉਂਕਿ ਸਾਫੀ ਖਾਨ ਵਾਸਤੇ, ਕਾਜੀ ਅਬਦੁਲ ਵਾਹਬ ਵਾਸਤੇ ਜਾਂ ਔਰੰਗਜ਼ੇਬ ਵਾਸਤੇ ਇੱਕ ਬਹੁਤ ਵੱਡਾ ਟਾਰਗੇਟ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਤੁਸੀਂ ਸਾਨੂੰ ਮੁਸਲਮਾਨ ਬਣਾ ਲਓ ਤੇ ਪੂਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ। ਹੁਣ ਸਾਧ ਸੰਗਤ ਧਿਆਨ ਦੇਣਾ, ਇਹ ਉਹਨਾਂ ਵਾਸਤੇ ਬਹੁਤ ਵੱਡਾ ਟਾਰਗੇਟ ਸੀ ਵੀ ਅਸੀਂ ਗੁਰੂ ਸਾਹਿਬ ਨੂੰ ਮੁਸਲਮਾਨ ਬਣਾਉਣਾ ਹੈ, ਤੇ ਜੇ ਗੁਰੂ ਸਾਹਿਬ ਮੁਸਲਮਾਨ ਬਣ ਗਏ ਤੇ ਪੂਰਾ ਹਿੰਦੁਸਤਾਨ ਤੇ ਬੜੀ ਛੇਤੀ ਮੁਸਲਮਾਨ ਬਣ ਜਾਵੇਗਾ। ਇਹ ਤੇ ਬਹੁਤ ਸੌਖਾ ਕੰਮ ਹੈ, ਬਹੁਤ ਈਜੀ ਕੰਮ ਹੈ ਜੇ ਅਸੀਂ ਗੁਰੂ ਸਾਹਿਬ ਨੂੰ ਬਣਾ ਲਿਆ। ਹੁਣ ਇਹ ਉਹਨਾਂ ਵਾਸਤੇ ਬਹੁਤ ਵੱਡਾ ਟਾਰਗੇਟ ਸੀ, ਗੁਰੂ ਸਾਹਿਬ ਨੂੰ ਮੁਸਲਮਾਨ ਬਣਾਉਣਾ ਜਾਂ ਗੁਰੂ ਸਾਹਿਬ ਨੂੰ ਇਸਲਾਮ ਧਾਰਨ ਕਰਵਾਉਣਾ। ਹੁਣ ਸਾਧ ਸੰਗਤ ਧਿਆਨ ਦੇਣਾ, ਗੁਰੂ ਸਾਹਿਬ ਦੇ ਅੱਗੇ 3 ਸ਼ਰਤਾਂ ਰੱਖੀਆਂ ਗਈਆਂ। ਪਹਿਲੀ ਸ਼ਰਤ, ਤੁਸੀਂ ਇਸਲਾਮ ਨੂੰ ਕਬੂਲ ਕਰ ਲਓ, ਮੁਸਲਮਾਨ ਬਣ ਜਾਓ। ਦੂਸਰੀ ਸ਼ਰਤ, ਜਾਂ ਕਰਾਮਾਤ ਦਿਖਾਓ ਵੀ ਜੇ ਤੁਸੀਂ ਇਸਲਾਮ ਨੂੰ ਕਬੂਲ ਨਹੀਂ ਕਰਨਾ, ਮੁਸਲਮਾਨ ਨਹੀਂ ਬਣਨਾ, ਤੇ ਕਰਾਮਾਤ ਦਿਖਾਓ। ਤੇ ਤੀਸਰੀ ਸ਼ਰਤ ਜਿਹੜੀ ਗੁਰੂ ਸਾਹਿਬ ਦੇ ਸਾਹਮਣੇ ਰੱਖੀ ਜਾਂਦੀ ਏ ਉਹ ਇਹ ਹੈ ਕਿ ਨਹੀਂ ਤੇ ਤੁਹਾਨੂੰ ਸ਼ਹੀਦ ਹੋਣਾ ਪਵੇਗਾ, ਤੁਹਾਨੂੰ ਸ਼ਹੀਦੀ ਦੇਣੀ ਪਵੇਗੀ। ਗੁਰੂ ਸਾਹਿਬ ਕਹਿੰਦੇ ਵੀ ਅਸੀਂ ਕਰਾਮਾਤ ਨਹੀਂ ਦਿਖਾਉਣੀ, ਨਾ ਅਸੀਂ ਮੁਸਲਮਾਨ ਬਣਨਾ, ਨਾ ਅਸੀਂ ਇਸਲਾਮ ਨੂੰ ਧਾਰਨ ਕਰਨਾ। ਹਾਂ, ਜਿਹੜੀ ਤੀਜੀ ਸ਼ਰਤ ਹੈ ਸ਼ਹੀਦ ਹੋਣ ਵਾਲੀ, ਉਹ ਜਿਹੜੀ ਤੀਜੀ ਸ਼ਰਤ ਹੈ, ਉਹ ਤੀਜੀ ਸ਼ਰਤ ਸਾਨੂੰ ਤੁਹਾਡੀ ਮਨਜ਼ੂਰ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਇਹ ਗੱਲ ਕਹੀ ਸਾਫੀ ਖਾਨ ਤੇ ਕਾਜੀ ਅਬਦੁਲ ਵਾਹਬ ਇੱਕ ਵਾਰੀ ਹੈਰਾਨ ਹੋ ਗਏ ਤੇ ਉਹਨਾਂ ਨੇ ਮਨ ਦੇ ਅੰਦਰ ਸੋਚਿਆ ਵੀ ਕਿਉਂ ਨਾ ਪਹਿਲਾਂ ਇਹਨਾਂ 3 ਸਿੱਖਾਂ ਨੂੰ ਸ਼ਹੀਦ ਕੀਤਾ ਜਾਵੇ। ਜਦੋਂ ਅਸੀਂ ਇਹਨਾਂ ਨੂੰ ਵਾਰੀ-ਵਾਰੀ ਤਿੰਨਾਂ ਨੂੰ ਸ਼ਹੀਦ ਕਰਾਂਗੇ ਤੇ ਗੁਰੂ ਸਾਹਿਬ ਇਹਨਾਂ ਦੀ ਸ਼ਹਾਦਤ ਨੂੰ ਵੇਖ ਕੇ ਡਰ ਜਾਣਗੇ, ਘਬਰਾ ਜਾਣਗੇ ਤੇ ਆਪੇ ਮੁਸਲਮਾਨ ਬਣ ਜਾਣਗੇ, ਸਾਡਾ ਕੰਮ ਸੌਖਾ ਹੋ ਜਾਵੇਗਾ।
ਹੁਣ ਸਾਧ ਸੰਗਤ ਇਹ ਇੱਕ ਉਹਨਾਂ ਦੀ ਪਲੈਨਿੰਗ ਸੀ ਕਿ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਸ਼ਹੀਦ ਕਰਾਂਗੇ। ਹੋ ਸਕਦਾ ਭਾਈ ਮਤੀ ਦਾਸ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਭਾਈ ਸਤੀ ਦਾਸ ਡਰ ਜਾਵੇ, ਭਾਈ ਸਤੀ ਦਾਸ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਭਾਈ ਦਿਆਲਾ ਡਰ ਜਾਵੇ, ਤੇ ਇਹਨਾਂ ਤਿੰਨਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਗੁਰੂ ਸਾਹਿਬ ਡਰ ਜਾਣ। ਇਹ ਉਹਨਾਂ ਦੀ ਇੱਕ ਪਲੈਨਿੰਗ ਸੀ। ਇਸੇ ਕਰਕੇ ਉਹਨਾਂ ਨੇ ਪਹਿਲਾਂ ਭਾਈ ਮਤੀ ਦਾਸ, ਫਿਰ ਭਾਈ ਸਤੀ ਦਾਸ ਤੇ ਫਿਰ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ। ਹੁਣ ਸਾਧ ਸੰਗਤ ਧਿਆਨ ਦੇਣਾ, ਸਭ ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਸ਼ਹੀਦ ਕੀਤਾ ਜਾਂਦਾ ਹੈ, ਫਿਰ ਭਾਈ ਸਤੀ ਦਾਸ ਨੂੰ ਤੇ ਭਾਈ ਦਿਆਲਾ ਜੀ ਨੂੰ। ਮੈਂ ਥੋੜਾ ਥੋੜਾ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਪਿਛੋਕੜ ਜਿਹੜਾ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰਾਂਗਾ, ਕੇਵਲ ਸੰਖੇਪ ਰੂਪ ਦੇ ਵਿੱਚ। ਧਿਆਨ ਦੇਣਾ ਸਾਧ ਸੰਗਤ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਇਹ ਦੋਵੇਂ ਸਕੇ ਭਰਾ ਨੇ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੋਵੇਂ ਸਕੇ ਭਰਾ ਨੇ, ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੜਾ ਪਿਆਰ ਕਰਦੇ ਨੇ, ਤੇ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਨੂੰ ਬੜਾ ਪਿਆਰ ਕਰਦੇ ਨੇ। ਹੁਣ ਸਾਧ ਸੰਗਤ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦਾ ਜਿਹੜਾ ਜਨਮ ਹੈ ਉਹ ਪਿੰਡ ਘਰਿਆਲਾ ਜ਼ਿਲ੍ਹਾ ਜੇਹਲਮ। ਅੱਜ ਇਹ ਜਿਹੜਾ ਪਿੰਡ ਹੈ ਇਹ ਪਾਕਿਸਤਾਨ ਦੇ ਵਿੱਚ ਹੈ। ਪਿੰਡ ਘਰਿਆਲਾ ਜ਼ਿਲ੍ਹਾ ਜੇਹਲਮ, ਤੇ ਸਾਧ ਸੰਗਤ ਅੱਜ ਇਹ ਜਿਹੜਾ ਪਿੰਡ ਹੈ ਇਹ ਪਾਕਿਸਤਾਨ ਦੇ ਵਿੱਚ ਹੈ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੇ ਪਿਤਾ ਦਾ ਨਾਮ ਹੈ ਭਾਈ ਹੀਰਾਨੰਦ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੇ ਪਿਤਾ ਦਾ ਨਾਮ ਹੈ ਹੀਰਾਨੰਦ। ਤੇ ਸਾਧ ਸੰਗਤ ਇਹ ਜਿਹੜਾ ਭਾਈ ਹੀਰਾਨੰਦ ਹੈ ਇਹ ਭਾਈ ਹੀਰਾਨੰਦ ਭਾਈ ਪਿਰਾਗੇ ਦਾ ਪੋਤਰਾ ਹੈ। ਜਿਹੜਾ ਭਾਈ ਹੀਰਾਨੰਦ ਹੈ, ਭਾਈ ਮਤੀ ਦਾਸ ਭਾਈ ਸਤੀ ਦਾਸ ਦਾ ਪਿਤਾ ਹੈ ਭਾਈ ਹੀਰਾਨੰਦ, ਤੇ ਭਾਈ ਹੀਰਾਨੰਦ ਜਿਹੜਾ ਹੈ ਇਹ ਭਾਈ ਪਿਰਾਗੇ ਦਾ ਪੋਤਰਾ ਲੱਗਦਾ ਹੈ। ਭਾਵ ਭਾਈ ਹੀਰਾਨੰਦ ਦੇ ਦਾਦਾ ਜੀ ਲੱਗਦੇ ਨੇ ਭਾਈ ਪਿਰਾਗਾ ਜੀ, ਤੇ ਭਾਈ ਪਿਰਾਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੱਖ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਿਕਟਵਰਤੀ ਸਿੱਖ ਨੇ। ਇਸ ਪਰਿਵਾਰ ਦੇ ਵਿੱਚ ਸਿੱਖੀ ਜਿਹੜੀ ਏ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੇਲੇ ਆਈ। ਭਾਈ ਪਿਰਾਗਾ ਜੀ ਦੇ ਪੋਤਰੇ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਨੇ, ਉਹਨਾਂ ਦੇ ਪੋਤਰੇ ਨੇ ਭਾਈ ਹੀਰਾਨੰਦ, ਤੇ ਭਾਈ ਹੀਰਾਨੰਦ ਦੇ ਅੱਗੇ ਪੁੱਤਰ ਨੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ। ਇਹ ਦੋਵੇਂ ਭਰਾ ਨੇ। ਤੇ ਇਤਿਹਾਸ ਦੇ ਵਿੱਚ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਦੀ ਮਾਤਾ ਜੀ ਦਾ ਜਿਹੜਾ ਨਾਮ ਹੈ ਉਹ ਸਾਧ ਸੰਗਤ ਕਿਧਰੇ ਵੀ ਨਹੀਂ ਲੱਭਦਾ। ਦਾਸ ਨੇ ਬਹੁਤ ਕੋਸ਼ਿਸ਼ ਕੀਤੀ ਵੀ ਕਿਤੇ ਕਿਸੇ ਕਿਤਾਬ ਵਿੱਚੋਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਦੇ ਮਾਤਾ ਜੀ ਦਾ ਪਤਾ ਲੱਗ ਸਕੇ, ਪਰ ਨਹੀਂ ਲੱਗ ਸਕਿਆ। ਹੋ ਸਕਦਾ ਹੈ ਜਿਹੜੇ ਮੇਰੇ ਵੀਰ ਭਰਾ ਆਨਲਾਈਨ ਸਰਵਣ ਕਰ ਰਹੇ ਨੇ, ਸੁਣ ਰਹੇ ਨੇ, ਇਹਨਾਂ ਨੂੰ ਪਤਾ ਹੋਵੇ ਤੇ ਤੁਸੀਂ ਇਹ ਜਾਣਕਾਰੀ ਜ਼ਰੂਰ ਜਿਹੜੀ ਹੈ ਇਹ ਸੰਗਤ ਦੇ ਨਾਲ ਸਾਂਝੀ ਕਰਨੀ ਹੈ। ਹੁਣ ਸਾਧ ਸੰਗਤ ਇਹ ਹੋ ਗਿਆ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਦਾ ਪਿਛੋਕੜ। ਇਸ ਤੋਂ ਬਾਅਦ ਭਾਈ ਦਿਆਲਾ ਜੀ। ਭਾਈ ਦਿਆਲਾ ਜੀ ਜਿਹੜੇ ਪਿੰਡ ਅਲੀਪੁਰ ਦੇ ਰਹਿਣ ਵਾਲੇ ਨੇ। ਪਿੰਡ ਕੁਝ ਵਿਦਵਾਨਾਂ ਨੇ ਪਿੰਡ ਅਲੀਪੁਰ ਕਿਹਾ ਤੇ ਕੁਝ ਵਿਦਵਾਨਾਂ ਨੇ ਪਿੰਡ ਮਣੀਪੁਰ ਕਿਹਾ। ਸਾਧ ਸੰਗਤ ਅਕਸਰ ਪਿੰਡਾਂ ਦੇ ਸ਼ਹਿਰਾਂ ਦੇ ਨਾਮ ਜਿਹੜੇ ਨੇ ਉਹ ਬਦਲ ਜਾਂਦੇ ਨੇ ਸਮਾਂ ਪਾ ਕੇ। ਜੇ ਆਪਾਂ ਗੰਗੂ ਬ੍ਰਾਹਮਣ ਦੀ ਗੱਲ ਕਰੀਏ, ਉਹਦਾ ਪਿੰਡ ਜਿਹੜਾ ਕਿਸੇ ਸਮੇਂ ਸਹੇੜੀ ਸੀ ਤੇ ਅੱਜ ਉਹ ਖੇੜੀ ਬਣ ਗਿਆ। ਇਸੇ ਤਰ੍ਹਾਂ ਪਿੰਡਾਂ ਦੇ ਨਾਂ ਬਦਲ ਜਾਂਦੇ ਨੇ, ਤੇ ਹੋ ਸਕਦਾ ਇਹ ਪਿੰਡ ਇੱਕ ਹੀ ਹੋਵੇ। ਵੈਸੇ ਬਹੁਤ ਵਿਦਵਾਨਾਂ ਨੇ ਅਲੀਪੁਰ ਪਿੰਡ ਲਿਖਿਆ। ਭਾਈ ਦਿਆਲਾ ਜੀ ਦਾ ਜਿਹੜਾ ਪਿੰਡ ਹੈ ਪਿੰਡ ਅਲੀਪੁਰ ਹੈ। ਕੁਝ ਵਿਦਵਾਨਾਂ ਨੇ ਮਣੀਪੁਰ ਲਿਖਿਆ। ਤੇ ਜ਼ਿਲ੍ਹਾ ਮੁਜ਼ੱਫਰਗੜ੍ਹ। ਭਾਈ ਦਿਆਲਾ ਜੀ ਦੇ ਪਿਤਾ ਦਾ ਨਾਮ ਹੈ ਭਾਈ ਮਾਈ ਦਾਸ ਜੀ, ਤੇ ਭਾਈ ਦਿਆਲਾ ਜੀ ਦੇ ਮਾਤਾ ਦਾ ਨਾਮ ਹੈ ਮਧੁਰੀ ਬਾਈ। ਭਾਈ ਦਿਆਲਾ ਜੀ ਦੇ ਪਿਤਾ ਦਾ ਨਾਮ ਹੈ ਮਾਈ ਦਾਸ ਤੇ ਭਾਈ ਦਿਆਲਾ ਜੀ ਦੇ ਮਾਤਾ ਦਾ ਨਾਮ ਹੈ ਮਧੁਰੀ ਬਾਈ। ਤੇ ਸਾਧ ਸੰਗਤ ਭਾਈ ਦਿਆਲਾ ਜੀ ਜਿਹੜੇ ਨੇ ਇਹ 12 ਭਰਾ ਨੇ। ਭਾਈ ਮਣੀ ਸਿੰਘ ਤੇ ਭਾਈ ਦਿਆਲਾ ਜੀ ਸਕੇ ਭਰਾ ਸੀ। ਭਾਈ ਦਿਆਲਾ ਜੀ ਤੇ ਭਾਈ ਮਣੀ ਸਿੰਘ ਸਕੇ ਭਰਾ ਨੇ, ਔਰ ਭਾਈ ਦਿਆਲਾ ਜੀ 12 ਭਰਾ ਨੇ, 12 ਭਰਾ। ਸਾਧ ਸੰਗਤ ਭਾਈ ਦਿਆਲਾ ਜੀ ਦਾ ਇੱਕ ਭਰਾ ਜਿਹੜਾ ਹੈ ਅਮਰਚੰਦ, ਉਹ ਬਚਪਨ ਵਿੱਚ ਹੀ ਚੜ੍ਹਾਈ ਕਰ ਗਿਆ ਸੀ। ਬਾਕੀ 11 ਦੇ 11 ਭਰਾ ਜਿਹੜੇ ਨੇ ਉਹ ਸ਼ਹੀਦ ਹੋਏ ਨੇ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਆਪਾਂ ਕਹਿੰਦੇ ਆ ਨਾ ਵੀ ਜਿਹੜਾ ਭਾਈ ਮਣੀ ਸਿੰਘ ਦਾ ਪਰਿਵਾਰ ਹੈ, ਭਾਈ ਮਣੀ ਸਿੰਘ ਦੇ ਪਰਿਵਾਰ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਨੇ, ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ। ਕੁਝ ਵਿਦਵਾਨਾਂ ਨੇ ਭਾਈ ਮਣੀ ਸਿੰਘ ਦੇ ਪਰਿਵਾਰ ਦੇ 53 ਜੀ ਸ਼ਹੀਦ ਲਿਖੇ ਨੇ। ਕੁਝ ਵਿਦਵਾਨਾਂ ਨੇ ਭਾਈ ਮਣੀ ਸਿੰਘ ਦੇ ਪਰਿਵਾਰ ਦੇ 90 ਜੀ ਸ਼ਹੀਦ ਲਿਖੇ ਨੇ, ਤੇ ਕੁਝ ਵਿਦਵਾਨਾਂ ਨੇ
ਭਾਈ ਮਣੀ ਸਿੰਘ ਦੇ ਪਰਿਵਾਰ ਦੇ 103 ਜੀ ਸ਼ਹੀਦ ਲਿਖੇ ਨੇ। ਸਭ ਤੋਂ ਵੱਧ ਜੇ ਇਤਿਹਾਸ ਵਿੱਚ ਕਿਸੇ ਪਰਿਵਾਰ ਨੇ ਕੁਰਬਾਨੀਆਂ ਕੀਤੀਆਂ ਤੇ ਉਹ ਭਾਈ ਮਣੀ ਸਿੰਘ ਦੇ ਪਰਿਵਾਰ ਨੇ ਕੀਤੀਆਂ। ਭਾਈ ਮਣੀ ਸਿੰਘ ਤੇ ਭਾਈ ਦਿਆਲਾ ਜੀ ਜਿਹੜੇ ਨੇ ਇਹ ਭਰਾਤਾ ਨੇ, ਇਹ ਸਕੇ ਭਰਾ ਨੇ। ਹੁਣ ਸਾਧ ਸੰਗਤ ਧਿਆਨ ਦੇਣਾ, ਸਭ ਤੋਂ ਪਹਿਲਾਂ ਜਿਹੜੀ ਵਾਰੀ ਆਈ ਭਾਈ ਮਤੀ ਦਾਸ ਦੀ ਆਈ। ਭਾਈ ਮਤੀ ਦਾਸ ਨੂੰ ਲੱਕੜਾਂ ਦੇ ਨਾਲ ਬੰਨ੍ਹ ਦਿੱਤਾ ਗਿਆ। ਉਹਨਾਂ ਦੇ ਅੱਗੇ ਵੀ ਲੱਕੜਾਂ ਏ ਤੇ ਪਿੱਛੇ ਵੀ ਲੱਕੜਾਂ ਏ। ਜਲਾਦ ਆਰਾ ਲੈ ਕੇ ਆਇਆ। ਜਲਾਦ ਜਲਾਲਦੀਨ, ਜਿਹੜਾ ਸਮਾਣੇ ਦਾ ਰਹਿਣ ਵਾਲਾ, ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ, ਤੇ ਹੋਰ ਵੀ ਜਲਾਦ ਸਨ। ਜਿਹੜੇ ਜਲਾਦ ਨੇ ਆਰਾ ਲੈ ਕੇ ਆਏ ਨੇ, ਇਹ ਜਿਹੜਾ ਆਰਾ ਲੈ ਕੇ ਆਏ ਨੇ, ਇਸ ਆਰੇ ਦੇ ਨਾਲ ਸਾਧ ਸੰਗਤ ਭਾਈ ਮਤੀ ਦਾਸ ਨੂੰ ਚੀਰਿਆ ਜਾਣਾ ਹੈ। ਭਾਈ ਮਤੀ ਦਾਸ ਜੀ ਨੂੰ 2 ਫਾੜ ਜਿਹੜਾ ਹੈ ਉਹ ਕੀਤਾ ਜਾਣਾ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਣਾ ਹੈ ਤੇ ਭਾਈ ਮਤੀ ਦਾਸ ਜੀ ਨੂੰ ਉਹਨਾਂ ਦੀ ਅੰਤਿਮ ਖਾਹਿਸ਼ ਪੁੱਛੀ ਜਾਂਦੀ ਹੈ। ਹੁਣ ਮੰਨ ਲਓ ਮੈਨੂੰ ਕੋਈ ਮਾਰਨ ਲੱਗਾ ਹੋਵੇ ਜਾਂ ਮੈਨੂੰ ਕੋਈ ਚੀਰਨ ਲੱਗਾ ਹੋਵੇ, ਮੈਨੂੰ ਕੋਈ ਪੁੱਛੇ ਕਿ ਭਾਈ ਸਾਹਿਬ ਜੀ ਤੁਹਾਡੀ ਕੋਈ ਅੰਤਿਮ ਖਾਹਿਸ਼ ਹੈ, ਤੇ ਮੈਂ ਪਤਾ ਕੀ ਕਵਾਂਗਾ? ਮੈਂ ਕਵਾਂਗਾ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ, ਇਸ ਕਰਕੇ ਮੇਰੀ ਜਾਨ ਬਖਸ਼ ਦਿਓ, ਮੈਨੂੰ ਜ਼ਿੰਦਗੀ ਵਾਪਸ ਦੇ ਦਿਓ, ਮੈਨੂੰ ਮਾਰੋ ਨਾ। ਪਰ ਕਮਾਲ ਦੀ ਗੱਲ ਹੈ ਸਾਧ ਸੰਗਤ, ਭਾਈ ਮਤੀ ਦਾਸ ਨੂੰ ਭਾਈ ਮਤੀ ਦਾਸ ਦੀ ਅੰਤਿਮ ਖਾਹਿਸ਼ ਪੁੱਛੀ ਜਾਂਦੀ ਹੈ। ਕਾਜੀ ਭਾਈ ਮਤੀ ਦਾਸ ਨੂੰ ਅੰਤਿਮ ਖਾਹਿਸ਼ ਪੁੱਛਦਾ, ਕਾਜੀ ਆਖਦਾ ਦੱਸ ਖਾਂ ਮਤੀ ਦਾਸਾ, ਤੇਰੀ ਆਖਰੀ ਇੱਛਾ ਹੱਲ ਹੋਵੇ, ਜੋ ਤੂੰ ਚਾਹੁੰਨਾ ਉਹ ਤੂੰ ਪਾ ਸਕਦਾ, ਉਹ ਹਾਜ਼ਰ ਹੀ ਉਸੇ ਪਲ ਹੋਵੇ। ਇਹ ਕਾਜੀ ਮਤੀ ਦਾਸ ਨੂੰ ਕਹਿੰਦਾ, ਮਤੀ ਦਾਸ ਜੀ ਆਪਣੀ ਅੰਤਿਮ ਖਾਹਿਸ਼ ਦੱਸੋ। ਆ ਜਿਹੜਾ ਆਰਾ ਤੁਹਾਡੇ ਸਾਹਮਣੇ ਪਿਆ, ਤੁਸੀਂ ਦੇਖਿਆ ਹੋਵੇਗਾ ਇਸ ਆਰੇ ਨਾਲ ਵੱਡੇ ਵੱਡੇ ਰੁੱਖ ਚੀਰੇ ਜਾਂਦੇ ਨੇ, ਵੱਡੇ ਵੱਡੇ ਦਰਖਤ ਚੀਰੇ ਜਾਂਦੇ ਨੇ, ਪਰ ਭਾਈ ਜੀ ਅੱਜ ਆਰੇ ਨਾਲ ਰੁੱਖ ਨਹੀਂ, ਦਰਖਤ ਨਹੀਂ, ਅੱਜ ਤੁਹਾਨੂੰ ਚੀਰਿਆ ਜਾਣਾ ਹੈ। ਤੇ ਭਾਈ ਮਤੀ ਦਾਸ ਦੇ ਚਿਹਰੇ ਤੇ ਨੂਰ ਆ ਗਿਆ। खुश ने भाई मती दास जी, कोई डर नहीं, कोई घबराहट नहीं। भै काहू को देत न पैमानत, आण जिन निरभौ जिन हर निरभौ ध्याया जी, तिनका भौ सब गवासी। महाराज कहते सो कत डरै जे खसम समारे। हुण ध्यान देना साध संगत, काजी भाई मती दास नूं पुछदा, काजी आखदा दस का मती दासा, तेरी आखरी इच्छा हल होवे, जो तू चाहुना वो तू पा सकदा, वो हाजिर ही उसे पल होवे। ते अगों भाई मती दास जी अपनी अंतिम खाहिश दसदे ने। अगों हस क्या मती दास प्यारे, अगों हस कहा मती दास प्यारे, मेरी आखरी इच्छा हल होवे, जदों मेरे सीस ते चले आरा, मेरा मुंह मेरे मुरशद वल होवे, मेरा मुंह मेरे मुरशद वल होवे। भाई मती दास जी कहंदे कुछ नहीं चाहिदा, बस इक्को बेनती है, जदों आरे नाल चीरिया जाना है ना, मेरा मुंह मेरे गुरु वल होना चाहिए, मेरा मुंह जिहड़ा है वो गुरु तेग बहादुर महाराज वल होना चाहिए, मेरा गुरु मेरियां अखां दे सामने होना चाहिए, मेरा गुरु मेरियां अखां दे सामने होना चाहिए। आ मेरी अंतिम खाहिश है। करवट भला ना करवट तेरी, लाग गले सुन बिनती मेरी, हौं वारी मुख फेर प्यारे, करवट दे मोको काहे को मारे। इनू कहंदे ने प्यार, भी गुरु जी मैनू पिठ ना विखाओ, मैनू आरा ते मंजूर है, मैं आरे दी दर्द सहन कर सकदा, मेरे शरीर ते आरा चल जावे, ये मैनू मंजूर है, पर गुरु साहब जी मैं ये सहन नहीं कर सकदा कि तुसी मेरे वल पिठ कर लवो। भाई मती दास जी कहंदे मेरा गुरु मेरियां अखां दे सामने चाहिए। एक गल भाई मती दास जी ने होर कही। भाई मती दास जी कहंदे जिहड़े जलाद ने चीरना है ना, भाई मती दास जी नूं 2 फाड़ करना है। भाई मती दास जी कहंदे ओ जलादा एक गल ध्यान ना सुनी, जदों मैनू आरे नाल चीरना है ना, तू आरे नाल चीरना है ते हौली हौली चीरी, ध्यान नाल चीरी। जेड़ा चीर है ना, चीर मेरे शरीर दा जेड़ा चीर है सेंटर दे विच, ओ बिल्कुल सीधा होना चाहिए, वो बिल्कुल सीधा। हौली हौली चीरी, सहज नाल चीरी, ध्यान नाल चीरी। जेड़ा चीर है वो बिल्कुल सीधा होना चाहिए। जे चीर माड़ा जिहा भी विंगा हो गया ते किते आउण वाला इतिहास ये गल ना कह दवे, ये मेहना ना मार दवे भी हो सकता है जदों भाई मती दास नूं चीरिया गया, भाई मती दास जी डर गए, घबरा गए, कंब गए, ते वो जेड़ा आरे दा चीर सी वो विंगा हो गया।
ਆਰੇ ਦਾ ਚੀਰ ਵਿੰਗਾ ਹੋ ਗਿਆ। ਇਸ ਕਰਕੇ ਭਾਈ ਮਤੀ ਦਾਸ ਕਹਿੰਦੇ ਨੇ ਵੀ ਧਿਆਨ ਨਾਲ ਚੀਰੀ, ਇਹ ਚੀਰ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ। ਸਾਧ ਸੰਗਤ, ਆਪਾਂ ਬਾਣੀ ਪੜ੍ਹਦੇ ਹਾਂ, ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ। ਹੁਣ ਧਿਆਨ ਦੇਣਾ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਉਧਰ ਭਾਈ ਮਤੀ ਦਾਸ ਜੀ ਦਾ ਜਿਹੜਾ ਸਰੀਰ ਹੈ ਆਰੇ ਨੇ 2 ਫਾੜ ਕਰ ਦਿੱਤਾ ਤੇ ਭਾਈ ਮਤੀ ਦਾਸ ਜੀ ਬਚਨ ਪੜ੍ਹਦੇ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਇਦਾਂ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਹੋਈ। ਭਾਈ ਮਤੀ ਦਾਸ ਜੀ ਤੋਂ ਬਾਅਦ ਵਾਰੀ ਆਈ ਭਾਈ ਸਤੀ ਦਾਸ ਜੀ ਦੀ। ਭਾਈ ਸਤੀ ਦਾਸ ਨੂੰ ਕਹਿੰਦੇ ਵੀ ਤੁਹਾਡਾ ਵੀ ਇਹੋ ਹਾਲ ਕਰਨਾ, ਨਹੀਂ ਤੇ ਇਸਲਾਮ ਨੂੰ ਕਬੂਲ ਕਰ ਲਓ। ਭਾਈ ਸਤੀ ਦਾਸ ਕਹਿੰਦੇ ਵੀ ਨਹੀਂ, ਜਿਹੜੀ ਭਾਈ ਮਤੀ ਦਾਸ ਜੀ ਦੀ ਅੰਤਿਮ ਖਾਹਿਸ਼ ਹੈ ਉਹ ਮੇਰੀ ਅੰਤਿਮ ਖਾਹਿਸ਼ ਹੈ, ਤੁਸੀਂ ਜੋ ਮਰਜ਼ੀ ਮੇਰੇ ਨਾਲ ਕਰੋ, ਪਰ ਜਦੋਂ ਮੈਨੂੰ ਸ਼ਹੀਦ ਕਰੋਗੇ ਮੇਰਾ ਵੀ ਮੂੰਹ ਮੇਰੇ ਗੁਰੂ ਵੱਲ ਹੋਣਾ ਚਾਹੀਦਾ। ਸਾਧ ਸੰਗਤ, ਕਹਿੰਦੇ ਰੂੰ ਦੇ ਵਿੱਚ ਭਾਈ ਸਤੀ ਦਾਸ ਜੀ ਨੂੰ ਲਪੇਟ ਦਿੱਤਾ ਗਿਆ, ਰੂੰ ਨੂੰ ਅੱਗ ਲਾ ਦਿੱਤੀ ਗਈ ਤੇ ਕਹਿੰਦੇ ਸਾਰਾ ਦਿਨ ਭਾਈ ਸਤੀ ਦਾਸ ਜੀ ਅੱਗ ਦੇ ਵਿੱਚ ਸੜਦੇ ਰਹੇ। ਉਹ ਰੂੰ ਵਿੱਚ ਲਪੇਟਿਆ, ਰੂੰ ਨੂੰ ਅੱਗ ਲਾਈ ਗਈ, ਸਾਰਾ ਦਿਨ ਹੌਲੀ ਹੌਲੀ ਜਿਹੜਾ ਰੂੰ ਸੜਦਾ ਰਿਹਾ, ਭਾਈ ਸਤੀ ਦਾਸ ਦਾ ਸਰੀਰ ਸੜਦਾ ਰਿਹਾ। ਪਰ ਕਮਾਲ ਦੀ ਗੱਲ ਹੈ ਸਾਧ ਸੰਗਤ, ਉਸ ਗੁਰੂ ਦੇ ਸਿੱਖ ਨੇ ਸੀ ਤੱਕ ਨਹੀਂ ਕੀਤੀ, ਸੀ ਤੱਕ। ਮੈਂ ਬੇਨਤੀ ਕਰਾਂ, 2 ਕਿਤਾਬਾਂ ਪੜ੍ਹ ਕੇ ਇਤਿਹਾਸ ਸੁਣਾਉਣਾ ਬੜਾ ਸੌਖਾ ਏ, ਪਰ ਸੱਚ ਜਾਣਿਓ ਸਾਧ ਸੰਗਤ, ਉਹਨਾਂ ਗੁਰੂ ਦੇ ਸਿੱਖਾਂ ਵਾਂਗੂ ਜੀਵਨ ਜਿਉਣਾ, ਜ਼ਿੰਦਗੀ ਜਿਉਣੀ ਬਹੁਤ ਔਖੀ ਏ। ਉਹਨਾਂ ਵਰਗਾ ਜੀਵਨ ਜਿਹੜਾ ਪ੍ਰੈਕਟੀਕਲ ਬਣਾਉਣਾ ਉਹ ਬਹੁਤ ਔਖਾ ਹੈ। ਭਾਈ ਸਤੀ ਦਾਸ ਜੀ ਨੂੰ ਅੱਗ ਦੇ ਵਿੱਚ ਲਪੇਟ ਕੇ ਰੂੰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਇਦਾਂ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ। ਵਾਰੀ ਆਈ ਭਾਈ ਦਿਆਲਾ ਜੀ ਦੀ। ਪਾਣੀ ਦਾ ਪਤੀਲਾ ਲਿਆ ਗਿਆ, ਉਹਨੂੰ ਅੱਗ ਦੇ ਉੱਤੇ ਰੱਖਿਆ ਗਿਆ। ਜਦੋਂ ਪਤੀਲੇ ਦੇ ਵਿੱਚੋਂ ਪਾਣੀ ਉਬਲਣਾ ਸ਼ੁਰੂ ਹੋ ਗਿਆ, ਭਾਈ ਦਿਆਲਾ ਜੀ ਨੂੰ ਕਹਿੰਦੇ ਤੁਹਾਨੂੰ ਇਹਦੇ ਵਿੱਚ ਬਹਿਣਾ ਪਵੇਗਾ, ਨਹੀਂ ਤੇ ਮੁਸਲਮਾਨ ਬਣ ਜਾਓ। ਭਾਈ ਦਿਆਲਾ ਜੀ ਕਹਿੰਦੇ ਵੀ ਨਹੀਂ, ਤੇ ਭਾਈ ਦਿਆਲਾ ਜੀ ਉਹਦੇ ਵਿੱਚ ਚੌਂਕੜਾ ਮਾਰ ਕੇ ਬਹਿ ਗਏ। ਸਾਧ ਸੰਗਤ, ਸਾਰਾ ਦਿਨ ਪਾਣੀ ਉਬਲਦਾ ਰਿਹਾ ਤੇ ਭਾਈ ਦਿਆਲਾ ਜੀ ਉਸ ਉਬਲਦੀ ਦੇਗ ਦੇ ਵਿੱਚ ਉਬਾਲੇ ਖਾਂਦੇ ਰਹੇ। ਅੰਤ ਨੂੰ ਸ਼ਹਾਦਤ ਦਾ ਜਾਮ ਪੀ ਗਏ। ਭਾਈ ਮਤੀ ਦਾਸ ਵੀ ਸ਼ਹੀਦ ਹੋ ਗਏ, ਭਾਈ ਸਤੀ ਦਾਸ ਵੀ ਸ਼ਹੀਦ ਹੋ ਗਏ ਤੇ ਭਾਈ ਦਿਆਲਾ ਜੀ ਵੀ ਸ਼ਹੀਦ ਹੋ ਗਏ। ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੂੰ 2-3 ਦਿਨ ਬੜੇ ਤਸੀਹੇ ਦਿੱਤੇ ਗਏ, ਇੱਕ ਛੋਟੇ ਜਿਹੇ ਪਿੰਜਰੇ ਵਿੱਚ ਮਹਾਰਾਜ ਨੂੰ ਕੈਦ ਕੀਤਾ ਗਿਆ। ਜਦੋਂ ਮਹਾਰਾਜ ਨੂੰ ਆਗਰੇ ਤੋਂ ਲਿਆਂਦਾ, ਨਾ ਉਸ ਪਿੰਜਰੇ ਵਿੱਚ ਬੈਠਾ ਜਾਂਦਾ ਹੈ, ਨਾ ਖਲੋਤਾ ਜਾਂਦਾ ਹੈ, ਤੇ ਨਾ ਬੰਦਾ ਕਰਵਟ ਹੀ ਬਦਲ ਸਕਦਾ ਹੈ। ਭਾਗਾਂ ਵਾਲੇ 2-3 ਦਿਨ ਮਹਾਰਾਜ ਨੂੰ ਉਸ ਪਿੰਜਰੇ ਵਿੱਚ ਰੱਖਿਆ ਗਿਆ। ਮਹਾਰਾਜ ਨੂੰ ਖਾਣ ਵਾਸਤੇ ਕੋਈ ਪ੍ਰਸ਼ਾਦਾ ਪਾਣੀ ਨਹੀਂ ਦਿੱਤਾ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਫਿਰ ਕਿਹਾ ਗਿਆ ਵੀ 3 ਸ਼ਰਤਾਂ ਨੇ ਤੁਹਾਡੇ ਅੱਗੇ, ਜਾਂ ਤੇ ਇਸਲਾਮ ਕਬੂਲ ਕਰ ਲਓ, ਜਾਂ ਦੂਜਾ ਕਰਾਮਾਤ ਦਿਖਾਓ, ਨਹੀਂ ਤੇ ਤੁਹਾਨੂੰ ਸ਼ਹੀਦ ਹੋਣਾ ਪਵੇਗਾ। ਮਹਾਰਾਜ ਕਹਿੰਦੇ ਵੀ ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ। ਉਹ ਕਹਿੰਦੇ ਵੀ ਤੁਹਾਡਾ ਵੀ ਇਹੋ ਹਾਲ ਕਰਾਂਗੇ। ਮਹਾਰਾਜ ਕਹਿੰਦੇ ਵੀ ਕੋਈ ਗੱਲ ਨਹੀਂ, ਅਸੀਂ ਇਸਲਾਮ ਨੂੰ ਕਬੂਲ ਨਹੀਂ ਕਰਨਾ, ਨਾ ਅਸੀਂ ਕਰਾਮਾਤ ਦਿਖਾਉਣੀ ਹੈ, ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਲੈ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ, ਜਦ ਤਾਰੇ ਤੋੜੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ, ਜਦ ਉਥਰੇ ਕੰਧ ਮਾਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਵੇ। ਕਿਸੇ ਕੌਮ ਦੀ ਸ਼ਕਤੀ ਜੇ ਦੇਖਣੀ ਏ, ਕਦੇ ਗਿਣੋ ਨਾ ਉਸ ਦੇ ਮੁਰੀਦ ਕਿੰਨੇ, ਬੰਦੇ ਗਿਣੋ ਨਾ ਸਗੋਂ ਇਹ ਕਰੋ ਗਿਣਤੀ ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ। ਉਹ ਕੌਮਾਂ ਸਦਾ ਹੀ ਵਸਦੀਆਂ ਰਹਿੰਦੀਆਂ ਨੇ, ਜਿਉਂਦੀਆਂ ਰਹਿੰਦੀਆਂ ਨੇ, ਚੜ੍ਹਦੀ ਕਲਾ ਵਿੱਚ ਰਹਿੰਦੀਆਂ ਨੇ, ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ, ਆਪਣੇ ਵਿਰਸੇ ਨੂੰ ਯਾਦ ਰੱਖਦੀਆਂ ਨੇ। ਭਾਗਾਂ ਵਾਲਿਓ, ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ, ਉਹ ਕੌਮਾਂ ਸਮਾਂ ਪਾ ਕੇ ਖਤਮ ਹੋ ਜਾਂਦੀਆਂ ਨੇ। ਉਹ ਕੌਮਾਂ ਦਾ ਨਾਮੋ ਨਿਸ਼ਾਨ ਇਸ ਸੰਸਾਰ ਤੋਂ ਮਿਟ ਜਾਂਦਾ ਹੈ। ਸੋ ਅਸੀਂ ਇਹਨਾਂ ਕੁਰਬਾਨੀਆਂ ਨੂੰ ਸਦਾ ਯਾਦ ਰੱਖਣਾ ਹੈ, ਸਦਾ ਚੇਤੇ ਰੱਖਣਾ ਹੈ, ਆਪਣੇ ਮਨ ਵਿੱਚ ਵਸਾ ਕੇ ਰੱਖਣਾ ਹੈ। ਅੱਜ ਦਾਦੀਆਂ ਦਾ, ਦਾਦਿਆਂ ਦਾ, ਗ੍ਰੈਂਡਫਾਦਰ, ਗ੍ਰੈਂਡਮਦਰ, ਉਹਨਾਂ ਦਾ ਫਰਜ਼ ਬਣਦਾ ਹੈ, ਮਾਂ ਪਿਓ ਦਾ ਫਰਜ਼ ਬਣਦਾ ਹੈ ਵੀ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ, ਵਿਰਸੇ ਨਾਲ ਜੋੜੋ। ਹੁਣ ਧਿਆਨ ਦੇਣਾ ਸਾਧ ਸੰਗਤ, ਜਿਹੜਾ ਜਲਾਲਦੀਨ ਜਲਾਦ ਸੀ ਸਮਾਣੇ ਦਾ ਰਹਿਣ ਵਾਲਾ, ਜਦੋਂ ਗੁਰੂ ਸਾਹਿਬ ਦੀ ਵਾਰੀ ਆਈ ਤੇ ਉਹ ਜਲਾਦ ਨੇ ਕਿਰਪਾਨ ਕੱਢੀ ਤੇ ਗੁਰੂ ਸਾਹਿਬ ਨੂੰ ਡਰਾਉਣ ਲੱਗਾ। ਜਦੋਂ ਕਿਰਪਾਨ ਕੱਢ ਕੇ ਗੁਰੂ ਸਾਹਿਬ ਨੂੰ ਡਰਾਉਣ ਲੱਗਾ, ਗੁਰੂ ਸਾਹਿਬ ਖਿੜਖੜਾ ਕੇ ਹੱਸੇ। ਮਹਾਰਾਜ ਕਹਿੰਦੇ ਮੈਨੂੰ ਕਿਰਪਾਨ ਨਾਲ ਡਰਾ ਰਿਹਾ, ਮੈਨੂੰ ਤੇਗ ਨਾਲ ਡਰਾ ਰਿਹਾ। ਉਹ ਜਲਾਦਾ, ਮੇਰੇ ਤੇ ਪਿਤਾ ਨੇ ਮੇਰਾ ਨਾਮ ਹੀ ਤੇਗ ਬਹਾਦਰ ਰੱਖਿਆ, ਤੇਗ ਬਹਾਦਰ। ਫਿਰ ਉੱਥੇ ਮਹਾਰਾਜ ਜਿਹੜਾ ਜਲਾਦ ਨੂੰ ਕਹਿੰਦੇ ਨੇ, ਉਹ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1-2 ਨਹੀਂ ਪਰਖ ਲੈ 100 ਤੇਗਾਂ।
ਮੈਨੂੰ ਲੱਗਿਆ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇਗਾਂ, ਮੇਰੇ ਪਿਓ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ, ਇਹਨਾਂ ਤੇਗਾਂ ਦੇ ਵਿੱਚੋਂ ਇੱਕ ਤੇਗ ਨਿਕਲੂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ। ਜਿਹੜਾ ਕਾਜੀ ਅਬਦੁਲ ਵਾਹਬ ਹੈ ਉਹ ਫਤਵਾ ਜਾਰੀ ਕਰਦਾ ਹੈ ਵੀ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਜਾਵੇ, ਮਹਾਰਾਜ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਜਾਵੇ, ਤੇ ਜਿਹੜਾ ਜਲਾਦ ਜਲਾਲਦੀਨ ਹੈ ਉਹ ਗੁਰੂ ਸਾਹਿਬ ਤੇ ਵਾਰ ਕਰਦਾ ਹੈ ਤੇ ਗੁਰੂ ਸਾਹਿਬ ਦਾ ਜਿਹੜਾ ਪਾਵਨ ਸੀਸ ਹੈ ਉਹ ਧੜ ਤੋਂ ਅਲੱਗ ਕਰ ਦਿੰਦਾ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ। ਇਤਿਹਾਸ ਕਹਿੰਦਾ ਉਸ ਸਮੇਂ ਉੱਥੇ ਭਾਈ ਜੈਤਾ ਜੀ ਭੇਸ ਬਦਲ ਕੇ ਝਾੜੂ ਮਾਰ ਰਹੇ ਸਨ। ਸਾਰਾ ਕੁਝ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਜਿੱਥੇ ਭਾਈ ਜੈਤਾ ਜੀ ਉੱਥੇ ਸਨ, ਭਾਈ ਗੁਰਬਖਸ਼ ਸਿੰਘ ਉੱਥੇ ਸਨ। ਹੁਣ ਧਿਆਨ ਦੇਣਾ ਸਾਧ ਸੰਗਤ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਦਾ ਜਿਹੜਾ ਸਰੀਰ ਸੀ ਉਹ ਕਿਸੇ ਤਰ੍ਹਾਂ ਭਾਈ ਜੈਤਾ ਜੀ ਉੱਥੋਂ ਲੈ ਗਏ ਤੇ ਜਿਹੜੀ ਜਮਨਾ ਨਦੀ ਹੈ ਉਹਦੇ ਵਿੱਚ ਜਲ ਪ੍ਰਵਾਹ ਕੀਤਾ। ਹੁਣ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦਾ ਸੀਸ ਵੀ ਉੱਥੇ ਹੈ, ਧੜ ਵੀ ਉੱਥੇ ਹੈ, ਤੇ ਜਿਹੜੇ ਮੁਸਲਮਾਨ ਨੇ, ਜਿਹੜੇ ਉਸ ਸਮੇਂ ਹਕੂਮਤ ਦੇ ਸਿਪਾਹੀ ਨੇ, ਉਹਨਾਂ ਨੇ ਐਲਾਨ ਕੀਤਾ ਵੀ ਜਿਹੜਾ ਵੀ ਗੁਰੂ ਸਾਹਿਬ ਦਾ ਧੜ ਜਾਂ ਸੀਸ ਇੱਥੋਂ ਲੈ ਕੇ ਜਾਵੇਗਾ ਉਹਨਾਂ ਨੂੰ ਬੜੀ ਸਜ਼ਾ ਦਿੱਤੀ ਜਾਵੇਗੀ। ਹੁਣ ਸਾਧ ਸੰਗਤ ਧਿਆਨ ਦੇਣਾ, ਉਸ ਸਮੇਂ ਦਿੱਲੀ ਦੇ ਵਿੱਚ ਭਾਈ ਕਲਿਆਣਾ ਜੀ ਦੀ ਧਰਮਸ਼ਾਲ ਦੇ ਵਿੱਚ ਜਿਹੜੇ ਸਿੱਖ ਇਕੱਠੇ ਹੋ ਗਏ, ਉਹ ਸਿੱਖ ਕਿਹੜੇ ਨੇ? ਭਾਈ ਜੈਤਾ ਜੀ, ਭਾਈ ਊਦਾ ਜੀ, ਭਾਈ ਗੁਰਬਖਸ਼, ਭਾਈ ਆਗਿਆ ਤੇ ਭਾਈ ਨਾਨੂ। ਇਹ ਸਾਰੇ ਸਿੱਖ ਭਾਈ ਕਲਿਆਣ ਦੀ ਧਰਮਸ਼ਾਲ ਦੇ ਵਿੱਚ, ਜਿਹੜੀ ਦਿਲਵਾਲੀ ਮੁਹੱਲੇ ਦੇ ਵਿੱਚ, ਦਿੱਲੀ ਦੇ ਵਿੱਚ ਇੱਕ ਮੁਹੱਲਾ ਹੈ ਦਿਲਵਾਲੀ ਮੁਹੱਲਾ, ਉੱਥੇ ਭਾਈ ਕਲਿਆਣ ਦਾਸ ਜੀ ਦੀ ਧਰਮਸ਼ਾਲ ਹੈ, ਉਹਦੇ ਵਿੱਚ ਸਾਰੇ ਸਿੱਖ ਇਕੱਠੇ ਹੋਏ। ਇਹਨਾਂ ਨੇ ਇੱਕ ਮਤਾ ਕੀਤਾ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਦਾ ਸੀਸ ਤੇ ਧੜ ਉੱਥੋਂ ਲਿਆਇਆ ਜਾਵੇ, ਕਿਉਂਕਿ ਜਲਾਦਾਂ ਨੇ ਹੁਕਮ ਕੀਤਾ ਸੀ ਜਿਹੜਾ ਲੈ ਕੇ ਗਿਆ ਉਹਨੂੰ ਸਜ਼ਾ ਦਿੱਤੀ ਜਾਵੇਗੀ। ਹੁਣ ਸਾਧ ਸੰਗਤ ਹਕੂਮਤ ਨੂੰ ਇਹ ਪਤਾ ਲੱਗ ਗਿਆ ਵੀ ਸਿੱਖ ਜਿਹੜੇ ਨੇ ਭਾਈ ਕਲਿਆਣਾ ਜੀ ਦੀ ਧਰਮਸ਼ਾਲ ਵਿੱਚ ਇਕੱਠੇ ਹੋਏ ਨੇ, ਤੇ ਇਹ ਸਾਰੇ ਸਿੱਖ ਜਿਹੜੇ ਨੇ ਇਹ ਭਾਈ ਨਾਨੂ ਦੇ ਘਰ ਚਲੇ ਗਏ। ਭਾਈ ਨਾਨੂ ਦਿੱਲੀ ਦਾ ਰਹਿਣ ਵਾਲਾ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹੈ, ਭਾਈ ਨਾਨੂ ਦੇ ਘਰ ਚਲੇ ਗਏ। ਜਿਹੜਾ ਭਾਈ ਨਾਨੂ ਹੈ ਗੁਰੂ ਸਾਹਿਬ ਨੂੰ ਬੜਾ ਪਿਆਰ ਕਰਦਾ ਹੈ ਤੇ ਇਹਦਾ ਘਰ ਬੜਾ ਸੇਵ ਹੈ, ਹਕੂਮਤ ਨੂੰ ਇਹਦੇ ਘਰ ਦਾ ਨਹੀਂ ਪਤਾ। ਭਾਈ ਨਾਨੂ ਦੇ ਘਰ ਗਏ। ਹੁਣ ਇਹਨਾਂ ਨੂੰ ਪਤਾ ਲੱਗਾ, ਭਾਈ ਨਾਨੂ, ਭਾਈ ਗੁਰਬਖਸ਼, ਭਾਈ ਜੈਤਾ ਤੇ ਸਾਧ ਸੰਗਤ ਭਾਈ ਊਦਾ, ਭਾਈ ਆਗਿਆ, ਇਹਨਾਂ ਸਾਰੇ ਸਿੱਖਾਂ ਨੂੰ ਪਤਾ ਲੱਗਾ ਕਿ ਭਾਈ ਲੱਖੀ ਸ਼ਾਹ ਵਣਜਾਰਾ ਜਿਹੜੇ ਨੇ ਉਹ ਨਾਰਨੌਲ ਤੋਂ, ਜੋ ਦਿੱਲੀ ਤੋਂ ਬਾਹਰ ਪੈਂਦਾ ਨਾਰਨੌਲ ਤੋਂ ਗੱਡੇ ਲੈ ਕੇ, ਆਪਣੇ ਬਲਦ ਲੈ ਕੇ ਵਾਪਸ ਦਿੱਲੀ ਨੂੰ ਆ ਰਹੇ ਨੇ ਤੇ ਇਸ ਟਾਈਮ ਜਮਨਾ ਤੇ ਖਲੋਤੇ ਨੇ। ਤੇ ਇਹਨਾਂ ਸਾਰੇ ਸਿੱਖਾਂ ਨੇ ਭਾਈ ਲੱਖੀ ਸ਼ਾਹ ਵਣਜਾਰੇ ਨਾਲ ਰਾਬਤਾ ਬਣਾਇਆ। ਭਾਈ ਲੱਖੀ ਸ਼ਾਹ ਵਣਜਾਰੇ ਦੇ ਨਾਲ ਉਹਦੇ ਤਿੰਨੇ ਸਪੁੱਤਰ ਨੇ, ਭਾਈ ਹੇਮਾ, ਭਾਈ ਨਗਾਈਆ ਤੇ ਭਾਈ ਹਾੜੀ। ਭਾਈ ਹੇਮਾ, ਭਾਈ ਨਗਾਈਆ, ਭਾਈ ਹਾੜੀ, ਇਹ ਭਾਈ ਲੱਖੀ ਸ਼ਾਹ ਵਣਜਾਰੇ ਦੇ ਪੁੱਤਰ ਨੇ। ਜਮਨਾ ਨਦੀ ਦੇ ਕੰਢੇ ਤੇ ਇਹਨਾਂ ਦੇ ਗੱਡੇ ਖਲੋਤੇ ਨੇ। ਹੁਣ ਇਹਨਾਂ ਨਾਲ ਸੰਪਰਕ ਕੀਤਾ ਵੀ ਜਦੋਂ ਤੁਸੀਂ ਦਿੱਲੀ ਚਾਂਦਨੀ ਚੌਂਕ ਵਿੱਚੋਂ ਗੱਡੇ ਲੈ ਕੇ ਲੰਘੋਗੇ ਤੇ ਕਿਸੇ ਤਰ੍ਹਾਂ ਆਪਾਂ ਜਿਹੜਾ ਏ ਮਹਾਰਾਜ ਦਾ ਧੜ ਜਿਹੜਾ ਏ ਤੇ ਮਹਾਰਾਜ ਦਾ ਸੀਸ ਜਿਹੜਾ ਏ ਉਹਨੂੰ ਸੇਵ ਉੱਥੋਂ ਜਿਹੜਾ ਹੈ ਉਹ ਸਤਿਕਾਰ ਨਾਲ ਚੁੱਕ ਲੈਣਾ। ਹੁਣ ਸਾਧ ਸੰਗਤ ਇਦਾਂ ਹੀ ਹੋਇਆ। ਭਾਈ ਲੱਖੀ ਸ਼ਾਹ ਵਣਜਾਰਾ ਜੋ ਬਹੁਤ ਅਮੀਰ ਸੀ, ਸਰਕਾਰੇ ਦਰਬਾਰੇ ਚੰਗੀ ਚੱਲਦੀ ਸੀ, ਸਾਰੇ ਉਹਦਾ ਸਤਿਕਾਰ ਕਰਦੇ ਸੀ ਕਿਉਂਕਿ ਬਹੁਤ ਵੱਡਾ ਵਪਾਰੀ ਸੀ। ਇਹ ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ ਸਾਧ ਸੰਗਤ। ਹੁਣ ਧਿਆਨ ਦੇਣਾ, ਭਾਈ ਲੱਖੀ ਸ਼ਾਹ ਵਣਜਾਰੇ ਦੇ ਗੱਡੇ ਲੰਘ ਰਹੇ ਨੇ, ਲਗਭਗ ਸਾਧ ਸੰਗਤ 1000 ਗੱਡਾ ਏ, 1000 ਗੱਡਾ ਭਾਈ ਲੱਖੀ ਸ਼ਾਹ ਵਣਜਾਰੇ ਦਾ ਲੰਘ ਰਿਹਾ। ਭਾਈ ਹੇਮਾ, ਹਾੜੀ, ਨਗਾਈਆ ਉਹਦੇ ਤਿੰਨੇ ਪੁੱਤਰ ਨਾਲ ਨੇ, ਇਹ ਸਾਰੇ ਗੁਰਸਿੱਖ ਨਾਲ ਨੇ। ਭਾਈ ਨਾਨੂ, ਭਾਈ ਨਗਾਈਆ ਤੇ ਭਾਈ ਜੈਤਾ, ਭਾਈ ਊਦਾ, ਇਹ ਸਾਰੇ ਸਿੱਖ ਨਾਲ ਨੇ। ਤੇ ਇਹਨਾਂ ਨੇ ਬੜੀ ਤਰਤੀਬ ਦੇ ਨਾਲ, ਬੜੀ ਸਿਆਣਪ ਦੇ ਨਾਲ ਗੁਰੂ ਸਾਹਿਬ ਦਾ ਜਿਹੜਾ ਧੜ ਤੇ ਜਿਹੜਾ ਸੀਸ ਸੀ ਮਹਾਰਾਜ ਦਾ ਉਹ ਚੁੱਕ ਲਿਆ। ਹੁਣ ਜਿਹੜਾ ਮਹਾਰਾਜ ਦਾ ਧੜ ਹੈ ਉਹ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਲੈ ਗਿਆ, ਤੇ ਜਿਹੜਾ ਭਾਈ ਜੈਤਾ ਏ ਉਹ ਗੁਰੂ ਸਾਹਿਬ ਦੇ ਸੀਸ ਨੂੰ ਚਿੱਟੇ ਕੱਪੜੇ ਵਿੱਚ ਲਪੇਟ ਕੇ ਤੇ ਉਹ ਆਨੰਦਪੁਰ ਨੂੰ ਚਾਲੇ ਪਾ ਦਿੰਦਾ। ਅਗਲੇ ਹਫਤੇ ਦਾ ਜਿਹੜਾ ਆਪਣਾ ਟੌਪਿਕ ਹੈ ਵੀ ਭਾਈ ਜੈਤਾ ਜੀ ਕਿਵੇਂ ਮਹਾਰਾਜ ਦਾ ਸੀਸ ਲੈ ਕੇ ਆਨੰਦਪੁਰ ਆਏ, ਕਿਹੜੇ ਕਿਹੜੇ ਪੜਾਵਾਂ ਤੇ ਭਾਈ ਜੈਤਾ ਜੀ ਰੁਕੇ, ਇਹ ਸਾਰੀਆਂ ਵਿਚਾਰਾਂ ਦਾਸ ਨੇ ਅਗਲੇ ਹਫਤੇ ਕਰਨੀਆਂ ਨੇ। ਹੁਣ ਭਾਈ ਲੱਖੀ ਸ਼ਾਹ ਵਣਜਾਰਾ ਜਿਹੜੇ ਨੇ ਉਹ ਗੁਰੂ ਸਾਹਿਬ ਦਾ ਧੜ ਆਪਣੇ ਘਰ ਲੈ ਜਾਂਦੇ ਨੇ। ਇੱਕ ਮੈਂ ਬੇਨਤੀ ਕਰਾਂ ਸਾਧ ਸੰਗਤ, ਭਾਈ ਲੱਖੀ ਸ਼ਾਹ ਵਣਜਾਰੇ ਦਾ 1000 ਗੱਡਾ ਚੱਲਦਾ ਹੈ,
1000 ਟਾਂਡਾ ਹੈ, 1000 ਗੱਡਾ ਹੈ। ਹੁਣ ਤੁਸੀਂ ਸਿਆਣੇ ਹੋ, 1000 ਗੱਡੇ ਵਾਸਤੇ 2000 ਬਲਦ ਚਾਹੀਦੇ ਨੇ, ਕਿਉਂਕਿ ਇੱਕ ਗੱਡੇ ਵਿੱਚ 2 ਬਲਦ ਹੁੰਦੇ ਨੇ। 1000 ਗੱਡੇ ਵਾਸਤੇ 2000 ਬਲਦ ਚਾਹੀਦਾ। ਤੇ ਸੋਚੋ ਭਾਈ ਲੱਖੀ ਸ਼ਾਹ ਵਣਜਾਰਾ ਜੀ ਕਿੰਨੇ ਅਮੀਰ ਨੇ, ਕਿੰਨਾ ਵੱਡਾ ਵਪਾਰ ਸੀ ਉਹਨਾਂ ਦਾ, ਅੱਜ ਦੇ ਅਰਬਾਂ ਖਰਬਾਂ ਪਤੀ। ਜੇ ਮੈਂ ਕਹਿ ਲਵਾਂ ਤੇ ਗੱਲ ਗਲਤ ਨਹੀਂ, ਅੱਜ ਹਿੰਦੁਸਤਾਨ ਦਾ ਜਿਹੜਾ ਉਹ ਸਭ ਤੋਂ ਅਮੀਰ ਅੰਬਾਨੀਆਂ ਤੇ ਅੰਡਾਨੀਆਂ ਨੂੰ ਮੰਨਿਆ ਜਾਂਦਾ ਹੈ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਉਦੋਂ ਦੇ ਬਹੁਤ ਅਮੀਰ ਸੀ ਭਾਈ ਲੱਖੀ ਸ਼ਾਹ ਵਣਜਾਰਾ। ਹੁਣ ਸਾਧ ਸੰਗਤ ਵੇਖੋ, ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਸਾਹਿਬ ਨੂੰ ਇੰਨਾ ਪਿਆਰ ਕਰਦੇ ਨੇ, ਆਪਣੇ ਘਰ ਜਿਹੜਾ ਲੈ ਕੇ ਜਾਂਦੇ ਨੇ ਮਹਾਰਾਜ ਦੇ ਧੜ ਨੂੰ। ਤੇ ਜਿਹੜਾ ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਕੋਈ ਆਮ ਘਰ ਨਹੀਂ, ਮਹਿਲ ਸੀ, ਕਿਉਂਕਿ ਭਾਈ ਲੱਖੀ ਸ਼ਾਹ ਵਣਜਾਰਾ ਬਹੁਤ ਅਮੀਰ ਸੀ ਤੇ ਘਰ ਵੀ ਵਧੀਆ ਹੀ ਹੋਵੇਗਾ ਨਾ, ਘਰ ਵੀ ਸੋਹਣਾ ਹੀ ਹੋਵੇਗਾ। ਹੁਣ ਗੁਰੂ ਸਾਹਿਬ ਦੇ ਧੜ ਨੂੰ ਜਿਹੜਾ ਹੈ ਸੰਸਕਾਰ ਕਰਨ ਵਾਸਤੇ, ਸਾਧ ਸੰਗਤ ਉਹਨੂੰ ਸੰਭਾਲਣ ਵਾਸਤੇ, ਸਾਡਾ ਇਤਿਹਾਸ ਕਹਿੰਦਾ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਕਰੋੜਾਂ ਦੇ ਘਰ ਨੂੰ, ਆਪਣੇ ਮਹਿਲ ਨੂੰ ਅੱਗ ਲਾ ਦਿੱਤੀ। ਇਹਨੂੰ ਕਹਿੰਦੇ ਨੇ ਪਿਆਰ। ਅੱਜ ਸਾਡੀ ਹਾਲਤ ਪਤਾ ਕੀ ਹੈ? ਦਾਤ ਪਿਆਰੀ ਵਿਸਰਿਆ ਦਾ ਤਾਰਾ। ਜਦੋਂ ਕੁਝ ਨਹੀਂ ਹੁੰਦਾ ਉਦੋਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਪਰ ਜਦੋਂ ਰੱਬ ਦੇ ਦਿੰਦਾ ਉਦੋਂ ਰੱਬ ਦਾ ਚੇਤਾ ਭੁਲਾ ਦਿੰਦੇ। ਜਿਹਨੂੰ ਬਾਬਾ ਜੀ ਬਾਣੀ ਦੇ ਵਿੱਚ ਕਹਿੰਦੇ ਨੇ, ਸੁੱਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਭਾਵ ਜਦੋਂ ਤੇ ਕੁਝ ਨਹੀਂ ਸੀ ਉਦੋਂ ਰੱਬ ਨੂੰ ਚੇਤੇ ਕਰਦੇ ਸੀ, ਜਦੋਂ ਰੱਬ ਨੇ ਦੇ ਦਿੱਤਾ ਉਦੋਂ ਰੱਬ ਦਾ ਚੇਤਾ ਭੁਲਾ ਦਿੱਤਾ। ਮਾਰੇ ਕਹਿੰਦੇ ਨਾ, 10 ਵਸਤੂ ਲੈ ਪਾਛੈ ਪਾਵੇ, ਏਕ ਬਸਤ ਕਾਰਨ ਬਿਖੋਟ ਗਵਾਵੇ, ਏਕ ਭੀ ਨਾ ਦੇ 10 ਭੀ ਹਿਰਲੇ ਤਉ ਮੂੜਾ ਕਹੋ ਕਹਾਂ ਕਰੇ। ਰੱਬ ਨੇ 10 ਦਾਤਾਂ ਦੇ ਦਿੱਤੀਆਂ, ਪਰ ਕਮਾਲ ਦੀ ਗੱਲ ਹੈ ਜਿਹੜੀ 11ਵੀਂ ਦਾਤ ਰੱਬ ਨੇ ਨਹੀਂ ਦਿੱਤੀ, ਅਸੀਂ ਉਹਦਾ ਮਿਹਣਾ ਰੱਬ ਨੂੰ ਮਾਰਿਆ, ਉਹਦਾ ਮਿਹਣਾ ਪ੍ਰਮਾਤਮਾ ਨੂੰ ਮਾਰਿਆ। ਨਹੀਂ ਭਾਗਾਂ ਵਾਲਿਓ, ਰੱਬ ਨੂੰ ਪਿਆਰ ਕਰੀਏ, ਵਾਹਿਗੁਰੂ ਨੂੰ ਪਿਆਰ ਕਰੀਏ, ਪ੍ਰਮਾਤਮਾ ਨੂੰ ਪਿਆਰ ਕਰੀਏ। ਕਿੰਨਾ ਪਿਆਰ ਭਾਈ ਲੱਖੀ ਸ਼ਾਹ ਵਣਜਾਰੇ ਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ, ਆਪਣੇ ਕਰੋੜਾਂ ਦੇ ਮਹਿਲ ਨੂੰ ਅੱਗ ਲਾ ਦਿੱਤੀ ਆਪਣੇ ਗੁਰੂ ਵਾਸਤੇ। ਇਹਨੂੰ ਕਹਿੰਦੇ ਨੇ ਗੁਰੂ ਨਾਲ ਪਿਆਰ। ਇੱਧਰ ਭਾਈ ਲੱਖੀ ਸ਼ਾਹ ਵਣਜਾਰਾ ਜਿਹੜਾ ਏ ਉਹ ਮਹਾਰਾਜ ਦੇ ਧੜ ਦਾ ਸੰਸਕਾਰ ਕਰਦਾ ਏ, ਤੇ ਉਧਰ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਸੰਭਾਲ ਕੇ ਇੱਕ ਸਾਫ਼ ਕੱਪੜੇ ਵਿੱਚ ਲਪੇਟ ਕੇ ਤੇ ਆਨੰਦਪੁਰ ਸਾਹਿਬ ਨੂੰ ਜਿਹੜਾ ਏ ਉਹ ਚਾਲੇ ਪਾ ਦਿੰਦੇ ਨੇ। ਇਦਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਇਨਸਾਨੀਅਤ ਵਾਸਤੇ ਕੁਰਬਾਨੀ ਦਿੰਦੇ ਨੇ। ਵੇਖੋ ਸਾਧ ਸੰਗਤ, ਉਸ ਸਮੇਂ ਮੁਸਲਮਾਨ ਹਿੰਦੂਆਂ ਤੇ ਜ਼ੁਲਮ ਕਰ ਰਹੇ ਸੀ ਤੇ ਮਹਾਰਾਜ ਨੇ ਇਨਸਾਨੀਅਤ ਨੂੰ ਬਚਾਉਣ ਵਾਸਤੇ ਕੁਰਬਾਨੀ ਦਿੱਤੀ। ਤੇ ਮਾਫ ਕਰਨਾ, ਜੇ ਕਿਤੇ ਉਸ ਸਮੇਂ ਹਿੰਦੂ ਮੁਸਲਮਾਨਾਂ ਤੇ ਜ਼ੁਲਮ ਕਰਦੇ ਹੁੰਦੇ ਤੇ ਮਹਾਰਾਜ ਨੇ ਤਾਂ ਵੀ ਕੁਰਬਾਨੀ ਦੇਣੀ ਸੀ, ਮਹਾਰਾਜ ਨੇ ਤਾਂ ਵੀ ਕੁਰਬਾਨੀ ਦੇਣੀ ਸੀ। ਸਤਿਗੁਰੂ ਪਾਤਸ਼ਾਹ ਨੇ ਇਨਸਾਨੀਅਤ ਖਾਤਰ, ਇਨਸਾਨੀਅਤ ਨੂੰ ਬਚਾਉਣ ਦੀ ਖਾਤਰ, ਮਹਾਰਾਜ ਨੇ ਧਰਮ ਦੀ ਖਾਤਰ ਜਿਹੜੀ ਉਹ ਕੁਰਬਾਨੀ ਦਿੱਤੀ ਵੀ ਇੱਥੇ ਹਰ ਬੰਦੇ ਨੂੰ ਜੀਣ ਦਾ ਹੱਕ ਹੈ। ਹਾਂ, ਬੰਦੇ ਦੀ ਆਪਣੀ ਮਰਜ਼ੀ ਹੈ, ਆਪਣੀ ਮਰਜ਼ੀ ਨਾਲ ਜਿਹੜਾ ਹੈ ਉਹ ਕਿਸੇ ਧਰਮ ਨੂੰ ਅਪਣਾ ਸਕਦਾ ਹੈ, ਪਰ ਕੋਈ ਵੀ ਧਰਮ ਧੱਕੇ ਦੇ ਨਾਲ ਜਿਹੜਾ ਉਹ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ। ਕੋਈ ਵੀ ਮਰਿਆਦਾ ਧੱਕੇ ਨਾਲ ਕਿਸੇ ਤੇ ਥੋਪੀ ਨਹੀਂ ਜਾ ਸਕਦੀ। ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਹੁਤ ਵੱਡੀ ਜਿਹੜੀ ਉਹ ਕੁਰਬਾਨੀ ਕੀਤੀ। ਸਾਧ ਸੰਗਤ, ਗੱਲ ਵੱਖਰੀ ਏ, ਅੱਜ ਦੇ ਅਕਿਰਤ ਘਣ ਲੋਕਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ। ਅੱਜ ਜੇ ਹਿੰਦੁਸਤਾਨ ਦਾ ਵਜੂਦ ਹੈ ਨਾ ਸਾਧ ਸੰਗਤ, ਇਹ ਵਜੂਦ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਦੌਲਤ ਹੈ, ਮਹਾਰਾਜ ਦੀ ਬਦੌਲਤ। ਅੱਜ ਸੋਚਣਾ ਚਾਹੀਦਾ ਸੀ ਉਹਨਾਂ ਸਰਕਾਰਾਂ ਨੂੰ ਕਿ ਆਹ ਜਿਹੜੇ ਕਿਸਾਨ ਵੀਰ ਜਿਹੜੇ ਨੇ, ਇਹ ਜਿਹੜੇ 1 ਸਾਲ ਤੋਂ ਦਿੱਲੀ ਬਾਰਡਰਾਂ ਤੇ ਬੈਠੇ ਨੇ, 700 ਸ਼ਹੀਦੀਆਂ ਹੋ ਗਈਆਂ। ਇਹ ਜਿਹੜੇ ਕਿਸਾਨ ਦਿੱਲੀ ਬਾਰਡਰਾਂ ਤੇ ਬੈਠੇ ਨੇ, ਇਹ ਉਸੇ ਗੁਰੂ ਦੇ ਸਿੱਖ ਨੇ ਜਿਸ ਗੁਰੂ ਨੇ ਹਿੰਦੁਸਤਾਨ ਨੂੰ ਬਚਾਉਣ ਦੀ ਖਾਤਰ ਆਪਣੇ ਸੀਸ ਦਾ ਬਲਿਦਾਨ ਦਿੱਤਾ ਸੀ, ਆਪਣੀ ਕੁਰਬਾਨੀ ਦਿੱਤੀ ਸੀ। ਅੱਜ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਸੀ ਉਹ ਸਾਡੇ ਵਾਸਤੇ ਗੁਰੂ ਸਾਹਿਬ ਨੇ ਜਿਹੜੀ ਉਹ ਕੁਰਬਾਨੀ ਦਿੱਤੀ। ਤੇ ਸਾਧ ਸੰਗਤ, ਜਿਹੜਾ ਕਾਜੀ ਅਬਦੁਲ ਵਾਹਬ ਸੀ ਜਿਹਨੇ ਫਤਵਾ ਜਾਰੀ ਕੀਤਾ ਸੀ ਵੀ ਮਹਾਰਾਜ ਨੂੰ ਸ਼ਹੀਦ ਕਰ ਦਿਓ, ਉਹ ਜਿਹੜਾ ਕਾਜੀ ਅਬਦੁਲ ਵਾਹਬ ਹੈ 11 ਨਵੰਬਰ ਸਾਧ ਸੰਗਤ 1675 ਨੂੰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਜਾਂਦਾ ਹੈ। ਤੇ 26 ਨਵੰਬਰ ਪੂਰੇ 15 ਦਿਨਾਂ ਬਾਅਦ, 15 ਡੇਜ਼ ਬਾਅਦ, ਪੂਰੇ 15 ਦਿਨਾਂ ਬਾਅਦ ਉਹ ਜਿਹੜਾ ਕਾਜੀ ਸੀ, ਕਾਜੀ ਅਬਦੁਲ ਵਾਹਬ, ਉਹ ਪਾਗਲ ਹੋ ਗਿਆ ਤੇ ਪਾਗਲ ਹੋ ਕੇ ਉਹਦੀ ਮੌਤ ਹੋ ਗਈ। ਜਦੋਂ ਮਹਾਰਾਜ ਨੂੰ ਸ਼ਹੀਦ ਕੀਤਾ ਨਾ, ਜਦੋਂ ਭਾਈ ਮਤੀ ਦਾਸ, ਭਾਈ ਸਤੀ ਦਾ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ, ਉਸੇ ਦਿਨ ਉਹ ਕਾਜੀ ਪਾਗਲ ਹੋ ਗਿਆ ਸੀ। ਉਸੇ ਦਿਨ ਪਾਗਲ ਹੋ ਗਿਆ
ਕੰਧਾਂ ਵਿੱਚ ਸਿਰ ਮਾਰ ਮਾਰ ਕੇ ਬੁਰੀ ਹਾਲਤ ਹੋ ਗਈ ਉਹਦੀ। ਤੇ 26 ਨਵੰਬਰ 1675 ਨੂੰ ਉਹ ਮਰ ਗਿਆ। ਉਹਨੂੰ ਜਿਹੜਾ ਉਹ ਪਾਗਲ ਹੋ ਕੇ ਮਰ ਗਿਆ, ਬੜੀ ਭੈੜੀ ਉਹਨੂੰ ਮੌਤ ਆਈ। ਸੋ ਸਾਧ ਸੰਗਤ ਮਹਾਰਾਜ ਦੀ ਬਾਣੀ ਵੀ ਕਹਿੰਦੀ ਏ, ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਜੋ ਅਸੀਂ ਕਿਸੇ ਨਾਲ ਕਰਾਂਗੇ ਉਹੀ ਸਾਡੇ ਨਾਲ ਹੋਵੇਗਾ। ਜੇ ਮਾੜਾ ਕਰਾਂਗੇ ਸਾਡੇ ਨਾਲ ਮਾੜਾ ਹੋਵੇਗਾ, ਜੇ ਚੰਗਾ ਕਰਾਂਗੇ ਤੇ ਸਾਡੇ ਨਾਲ ਸਦਾ ਹੀ ਚੰਗਾ ਹੋਵੇਗਾ। ਚੰਗੇ ਤੋਂ ਭਾਵ ਇਹ ਨਹੀਂ ਵੀ ਦੁੱਖ ਨਹੀਂ ਆਉਣਗੇ, ਦੁੱਖ ਆਉਣਗੇ, ਪਰ ਅਸੀਂ ਚੜ੍ਹਦੀ ਕਲਾ 'ਚ ਰਵਾਂਗੇ, ਅਸੀਂ ਖੁਸ਼ ਰਵਾਂਗੇ, ਅਸੀਂ ਕਿਸੇ ਗੱਲ ਦੀ ਪਰਵਾਹ ਨਹੀਂ ਕਰਾਂਗੇ। ਤੇ ਇਹ ਚੜ੍ਹਦੀ ਕਲਾ, ਇਹ ਖੁਸ਼ੀ, ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਲੋਂ ਮਿਲਣੀ ਹੈ। ਅਕਸਰ ਸਾਧ ਸੰਗਤ ਨੂੰ ਇੱਕ ਮੈਂ ਬੇਨਤੀ ਕਰਦਾ ਨਾ ਵੀ ਅਸੀਂ ਅੱਜ ਬੜੀ ਚਿੰਤਾ ਕਰਦੇ ਹਾਂ, ਸਾਡੇ ਮਨ ਨੂੰ ਕੋਈ ਨਾ ਕੋਈ ਫਿਕਰ ਲੱਗਾ ਰਹਿੰਦਾ, ਝੋਰਾ ਲੱਗਾ ਰਹਿੰਦਾ। ਅੱਜ ਮਨੁੱਖ ਬਹੁਤ ਦੁਖੀ ਰਹਿੰਦਾ, ਪਰ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਣਾ। ਇਸ ਕਰਕੇ ਦੁਖੀ ਨਾ ਹੋਈਏ, ਮਨ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਾ ਲਾਈਏ, ਬਾਣੀ ਪੜ੍ਹੀਏ, ਰੱਬ ਦੀ ਭਗਤੀ ਕਰੀਏ, ਚੜ੍ਹਦੀ ਕਲਾ ਦੇ ਵਿੱਚ ਰਹੀਏ। ਸਾਧ ਸੰਗਤ ਫੇਰ ਹੀ ਇਸ ਸੰਸਾਰ ਦੇ ਉੱਤੇ ਆਇਆ ਸਾਡਾ ਸਫਲਾ ਹੈ। ਨਾਮ ਜਪੀਏ, ਸਤਿਗੁਰੂ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਸੋ ਵਿਚਾਰਾਂ ਕਰਦੇ ਆ, ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ। ਬਾਣੀ ਪੜ੍ਹੀਏ, ਰੱਬ ਦੀ ਭਗਤੀ ਕਰੀਏ, ਚੰਗੇ ਕੰਮ ਕਰੀਏ। ਸੋ ਅਗਲਾ ਹਫਤਾ ਜਿਹੜਾ ਲਾਸਟ ਹੈ, ਅਗਲੇ ਹਫਤੇ ਆਪਾਂ ਫਿਰ ਮਿਲਾਂਗੇ। ਇਸੇ ਤਰ੍ਹਾਂ ਜਿਹੜਾ ਅਗਲੇਰਾ ਇਤਿਹਾਸ ਗੁਰੂ ਸਾਹਿਬ ਜੀ ਦਾ ਸਾਂਝਾ ਕੀਤਾ ਜਾਵੇਗਾ। ਆਪ ਸਰਬੱਤ ਸੰਗਤਾਂ ਨੇ ਅਗਲੇ ਹਫਤੇ ਜਿਹੜੀਆਂ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਬਣਾਉਣਾ। ਬਹੁਤ ਸੋਹਣਾ ਉਪਰਾਲਾ ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਮੁੰਬਈ, ਨੌਜਵਾਨ ਵੀਰ ਔਰ ਸਾਧ ਸੰਗਤ, ਬੜਾ ਮਾਣ ਹੈ ਇਹਨਾਂ ਵੀਰਾਂ ਦੇ ਉੱਤੇ ਕਿ ਜੇ ਸਾਡੀ ਕੌਮ ਦੇ ਵਿੱਚ ਇਦਾਂ ਦੇ ਵੀਰ ਨੇ ਤੇ ਸਾਡੀ ਕੌਮ ਦੀ ਸਦਾ ਹੀ ਜਿਹੜੀ ਏ ਉਹ ਚੜ੍ਹਦੀ ਕਲਾ ਰਵੇਗੀ। ਜਿਨ੍ਹਾਂ ਨੂੰ ਗੁਰਬਾਣੀ ਨਾਲ ਪਿਆਰ ਹੈ, ਇਤਿਹਾਸ ਨਾਲ ਪਿਆਰ ਹੈ, ਜਿਨ੍ਹਾਂ ਨੂੰ ਕੌਮ ਦੀ ਚਿੰਤਾ ਹੈ, ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਇੱਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਜੁੜੀਏ, ਇੱਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੀਏ। ਸੋ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਮਾਫ ਕਰ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।